एक छोटी जी रेहड़ी देखी, रेहड़ी का नाम है ग्रेजुएट चाह द इंस्पायरिंग हब। इस रेहड़ी का नाम ये क्यों है? ग्रैजुएट चाह नाम रखण ਦਾ ਇੱਕ ਰੀਜ਼ਨ ਇਹ ਹੈ ਕਿ ਮੇਨ ਰੀਜ਼ਨ ਇਹ ਹੈ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿ ਅਸੀਂ ਡਾਊਨ ਟੂ ਅਰਥ ਜ਼ੀਰੋ ਲੈਵਲ ਤੇ ਆ ਕੇ ਆਪਾਂ ਯੂਥ ਨੂੰ ਆਪਾਂ ਮੋਟੀਵੇਟ ਕਰਨਾ ਚਾਹੁੰਦੇ ਆ। ਹੋਰ ਵੀ ਬਹੁਤ ਲੋਕ ਖੜੇ ਹੋਣਗੇ ਇਸ ਤੋਂ ਇਨਸਪਾਇਰ ਹੋ ਕੇ, ਇਸੇ ਲਈ ਇਸ ਦਾ ਨਾਮ ਇੰਸਪਾਇਰਿੰਗ ਹਬ ਰੱਖਿਆ ਹੈ। ਜਦੋਂ ਇਹ ਤੁਸੀਂ ਚਲਾਉਣੀ ਸੀਗੀ ਹੱਬ, ਇੱਥੇ ਜਿਹੜੀ ਸ਼ੁਰੂ ਕਰਨੀ ਸੀਗੀ, ਮੁਸ਼ਕਲਾਂ ਕਿੰਨੀਆਂ ਕਈਆਂ? ਦੇਖੋ ਸਰ, ਚੈਲੰਜਸ ਤਾਂ ਆਉਂਦੇ ਹੀ ਆ। ਸੋ ਮੇਰਾ ਇਹ ਮੰਨਣਾ ਆ ਕਿ ਜਿਸ ਕੰਮ ਦੇ ਵਿੱਚ ਤੁਹਾਨੂੰ ਚੈਲੰਜ ਨਾ ਆਉਂਦੇ ਹੋਣ, ਮੈਨੂੰ ਨਹੀਂ ਲੱਗਦਾ ਕਿ ਉਹ ਰਾਹ ਤੁਹਾਡਾ ਅਸਲੀ ਰਾਹ ਆ। ਮੇਰਾ ਆਪਣਾ ਆਫਿਸ ਹੈ, ਉਸ ਆਫਿਸ ਦੇ ਵਿੱਚ ਮੈਂ ਬਹੁਤ ਵਧੀਆ ਵੇ ਦੇ ਨਾਲ ਪਬਲਿਕਲੀ ਡੀਲ ਕਰਦਾ ਸੀ। ਉੱਥੇ ਵੀ ਲੋਕ ਆਉਂਦੇ ਸੀਗੇ, ਅਸੀਂ ਏਸੀ ਦੇ ਵਿੱਚ ਬੈਠ ਕੇ ਵੀ ਪਬਲਿਕ ਨੂੰ ਡੀਲ ਕਰਦੇ ਸੀਗੇ। ਤੁਹਾਡਾ ਭਾਜੀ ਇਸ ਦੇ ਵਿੱਚ ਫਾਇਦਾ ਕੀ ਹੈ? ਜੇ ਫਾਇਦਾ ਹੀ ਸੋਚਣਾ ਹੁੰਦਾ ਤਾਂ ਸਰ ਬਹੁਤ ਵਧੀਆ ਲਾਈਫ ਆ। ਸੋ ਅਸਲ ਦੇ ਵਿੱਚ ਇਹ ਅਸੀਂ ਜੋ ਕਾਊਂਟਰ ਸਟਾਰਟ ਕੀਤਾ ਆ, ਇਹ ਅਸੀਂ ਬੱਚਿਆਂ ਨੂੰ ਤੇ ਯੂਥ ਨੂੰ ਪ੍ਰਮੋਟ ਕਰਨ ਦੇ ਲਈ ਕੀਤਾ ਆ। What we do exactly? So what we did, we have just did conversation with him, and during the conversation we just intimate them about our campaign, whatsoever we want to provide here. ਲੋਕ ਜੁੜਨਾ ਜਿਹੜੇ ਸ਼ੁਰੂ ਹੋ ਚੁੱਕੇ ਆ। ਬਿਲਕੁਲ ਸਰ, ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ। ਵੀ ਆਰ ਵੈਰੀ ਹੈਪੀ ਐਂਡ ਵੀ ਬਿਲੀਵ that within few days we will grow up and definitely we will take out maximum of people in this casual, and we will try to find out the best option for the youth. ਜਿਹਨਾਂ ਤੋਂ ਕੋਈ ਉਮੀਦ ਵੀ ਨਹੀਂ ਹੁੰਦੀ, ਜੇ ਉਹ ਆਪਣੇ ਵਿੱਚ ਹੌਸਲਾ ਤੇ ਜਜ਼ਬਾ ਰੱਖੇ ਤਾਂ ਉਹ ਵੀ ਕੰਮ ਕਰ ਸਕਦਾ ਜਿਹੜਾ ਕਿਸੇ ਨੇ ਕਦੀ ਸੋਚਿਆ ਵੀ ਨਾ ਹੋਵੇ। ਇਸ ਵਕਤ ਮੌਜੂਦ ਹਾਂ ਨਕੋਦਰ ਚੌਂਕ ਦੇ ਬਿਲਕੁਲ ਲਾਗੇ। ਇੱਧਰ ਦੀ ਕ੍ਰਾਸ ਕਰ ਰਹੇ ਸੀਗੇ, ਰਸਤਾ ਜਾਂਦਾ ਨਕੋਦਰ ਚੌਂਕ ਤੋਂ ਜੋਤੀ ਚੌਂਕ ਨੂੰ ਰਸਤਾ ਜਾਂਦਾ ਹੈ, ਤੇ ਰਸਤੇ ਵਿੱਚ ਅਸੀਂ ਇੱਕ ਚੀਜ਼ ਦੇਖੀ, ਇੱਕ ਛੋਟੀ ਜੀ ਰੇਹੜੀ ਦੇਖੀ। ਰੇਹੜੀ ਦਾ ਨਾਮ ਹੈ ਗ੍ਰੈਜੂਏਟ ਚਾਹ ਦ ਇੰਸਪਾਇਰਿੰਗ ਹਬ। ਤਾਂ ਸੋਚਿਆ ਕਿਉਂ ਨਾ ਰੁਕਿਆ ਜਾਵੇ, ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਸ ਰੇਹੜੀ ਦਾ ਨਾਮ ਇਹ ਕਿਉਂ ਹੈ, ਗ੍ਰੈਜੂਏਟ ਚਾਹ ਇਹ ਜਿਹੜਾ ਨਾਮ ਕਿਉਂ ਹੈ। ਤੇ ਸਭ ਤੋਂ ਵੱਡੀ ਗੱਲ ਜਿਹੜੀ ਲੱਗੀ ਮੈਨੂੰ ਕਿ ਇੰਸਪਾਇਰਿੰਗ ਹੱਬ, ਇਹਦਾ ਕੀ ਮਤਲਬ ਹੋਇਆ। ਤੇ ਇੱਥੇ ਰੁਕੇ ਹਾਂ, ਇਹਨਾਂ ਦੇ ਨਾਲ ਗੱਲਬਾਤ ਕੀਤੀ, ਆਫ ਦਾ ਰਿਕਾਰਡ ਗੱਲਬਾਤ ਕੀਤੀ, ਤਾਂ ਪਤਾ ਲੱਗਾ ਕਿ ਇਹ ਜਿਹੜੇ ਦੋ ਜਿਹੜੇ ਨੌਜਵਾਨ ਤੁਸੀਂ ਦੇਖ ਰਹੇ ਹੋ, ਇਹਨਾਂ ਨੇ ਰਲ ਕੇ ਇੱਕ ਬੀੜਾ ਚੁੱਕਿਆ ਹੈ। ਬੱਚਿਆਂ ਨੂੰ ਪੜ੍ਹਾਉਂਦੇ ਨੇ, ਤੇ ਨਾਲ ਦੀ ਨਾਲ ਬੱਚਿਆਂ ਨੂੰ ਤਾਂ ਪੜ੍ਹਾਉਂਦੇ ਨੇ, ਤੇ ਸੋਚਣ ਵਾਲੀ ਗੱਲ ਇਹ ਸੀ ਕਿ ਜੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਫਿਰ ਇਹ ਰੇਹੜੀ ਕਿਉਂ ਲਾਈ ਹੋਈ ਹੈ। ਤੇ ਅੱਜ ਜਾਣਦੇ ਹਾਂ ਕਿ ਰੇਹੜੀ ਕਿਉਂ ਲਾਈ ਹੋਈ ਹੈ, ਕੀ ਇਹਨਾਂ ਦਾ ਮੋਟਿਵ ਹੈ, ਕੀ ਸੋਚ ਲੈ ਕੇ ਤੁਰੇ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਗ੍ਰੈਜੂਏਟ ਚਾਹ ਦ ਇੰਸਪਾਇਰਿੰਗ ਹੱਬ ਕਿਹੜੀ ਸੋਚ ਲੈ ਕੇ ਤੁਸੀਂ ਤੁਰੇ ਹੋ? ਇਹ ਨਾਮ ਜਿਹੜਾ ਰੇਹੜੀ ਦਾ ਕਿਉਂ ਰੱਖਿਆ? ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਬੱਚਿਆਂ ਲਈ ਕੰਮ ਕਰਦੇ ਹੋ, ਪਰ ਰੇਹੜੀ ਕਿਉਂ ਲਾਈ ਹੋਈ ਹੈ? ਸਾਰਾ ਕੁਝ ਪਹਿਲਾਂ ਦੱਸੋ ਕਿ ਪੂਰਾ ਮੋਟਿਵ ਕੀ ਹੈ ਤੁਹਾਡਾ। ਐਕਚੁਅਲੀ ਦੇ ਵਿੱਚ ਅਸੀਂ ਆਪਣੇ ਇਸ ਕਾਊਂਟਰ ਦਾ ਨਾਮ ਗ੍ਰੈਜੂਏਟ ਚਾਹ ਰੱਖਿਆ ਆ। ਗ੍ਰੈਜੂਏਟ ਚਾਹ ਨਾਮ ਰੱਖਣ ਦਾ ਇੱਕ ਰੀਜ਼ਨ ਇਹ ਹੈ ਕਿ ਮੇਨ ਰੀਜ਼ਨ ਇਹ ਹੈ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਅਤੇ ਅਸੀਂ ਇੱਕ ਚਾਹ ਦਾ ਕੰਸੈਪਟ ਕੀਤਾ ਆ ਸ਼ੁਰੂ। ਸੋ ਇਸ ਕਰਕੇ ਇਸ ਦਾ ਨਾਮ ਅਸੀਂ ਗ੍ਰੈਜੂਏਟ ਚਾਹ ਰੱਖਿਆ ਆ। ਅਤੇ ਦੂਸਰਾ ਅਸੀਂ ਇਹਦਾ ਇੱਕ ਖਾਸ ਇਹਦੀ ਆਪਾਂ ਇੱਕ ਵਰਡਿੰਗ ਰੱਖੀ ਆ ਜਿਹਦਾ ਨਾਮ ਹੈ ਦ ਇੰਸਪਾਇਰਿੰਗ ਹੱਬ। ਇੰਸਪਾਇਰਿੰਗ ਹੱਬ ਨਾਮ ਰੱਖਣ ਦਾ ਰੀਜ਼ਨ ਬਸ ਇਹ ਹੈ ਕਿ ਅਸੀਂ ਅੱਜ ਦੀ ਜੋ ਯੂਥ ਆ, ਅੱਜ ਦੇ ਜੋ ਯੰਗ ਸਾਡੇ ਭੈਣ ਭਰਾ ਆ, ਅਸੀਂ ਉਹਨਾਂ ਨੂੰ ਮੋਟੀਵੇਟ ਜਾਂ ਆਪਾਂ ਨੂੰ ਇਹ ਕਹਿ ਸਕਦੇ ਕਿ ਆਪਾਂ ਨੂੰ ਥੋੜ੍ਹਾ ਇੱਕ ਲੈਸਨ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਸਾਡੀ ਇੰਡੀਆ ਦੇ ਹਾਲਾਤ ਨਾਰਮਲ ਨਹੀਂ ਆ।
ਸਾਡੀ ਬਹੁਤ ਜਿਹੜੀ ਯੂਥ ਆ ਉਹ ਬਾਹਰ ਜਾ ਰਹੀ ਆ ਔਰ ਮੋਰ ਓਵਰ ਸਾਡੇ ਪੰਜਾਬੀ ਆ ਉਹ ਬੇਰੁਜ਼ਗਾਰ ਆ। ਤੁਸੀਂ ਦੇਖ ਸਕਦੇ ਆਮ ਤੌਰ 'ਤੇ ਕਿੰਨੀ ਸਨੈਚਿੰਗ ਵੱਧ ਗਈ ਆ, ਇਸ ਤੋਂ ਇਲਾਵਾ ਕ੍ਰਾਈਮ ਵੀ ਵੱਧ ਗਿਆ ਆ ਅਤੇ ਸਾਡਾ ਜਿਹੜਾ ਯੂਥ ਆ ਉਹ ਡੀਮੋਟੀਵੇਟ ਹੋ ਰਿਹਾ ਆ। ਡੀਮੋਰਲਾਈਜੇਸ਼ਨ ਦਾ ਕੀ ਰੀਜ਼ਨ ਹੈ? ਰੀਜ਼ਨ ਬਸ ਇਹੀ ਆ ਕਿ ਸਾਡੀ ਯੂਥ ਕੋਲ ਇੱਕ ਤਾਂ ਪ੍ਰੋਪਰ ਗਾਈਡਲਾਈਨ ਨਹੀਂ ਹੈ ਅਤੇ ਦੂਸਰਾ ਪ੍ਰੋਪਰ ਉਹਨਾਂ ਦੇ ਕੋਲ ਉਸ ਦੇ ਲਈ ਸੋਰਸ ਨਹੀਂ ਹੈ, ਜਾਂ ਉਹਨਾਂ ਨੂੰ ਕਹਿ ਲਓ ਕਿ ਐਜੂਕੇਸ਼ਨ ਦੇ ਨਾਮ ਦੇ ਉੱਤੇ ਉਹਨਾਂ ਨੂੰ ਕੋਈ ਪ੍ਰੋਪਰ ਸਪੋਰਟ ਨਹੀਂ ਹੈ। ਕਿਉਂਕਿ ਤੁਸੀਂ ਦੇਖਦੇ ਆ ਹਾਂ ਗੌਰਮੈਂਟ ਬਹੁਤ ਵਧੀਆ ਕੰਮ ਕਰ ਰਹੀ ਹੈ, ਉਹਨਾਂ ਨੇ ਸਕੂਲ ਨੂੰ ਬਹੁਤ ਸਮਾਰਟ ਬਣਾ ਦਿੱਤਾ ਔਰ ਸਮਾਰਟ ਸਕੂਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸ਼ਬਦ ਆ। ਪਰ ਦੇਖਿਆ ਜਾਵੇ ਸਮਾਰਟ ਸਕੂਲ ਹੋ ਰਿਹਾ, ਕੀ ਸਾਡੀ ਐਜੂਕੇਸ਼ਨ ਵੀ ਸਮਾਰਟ ਆ? ਸਾਡੀ ਐਜੂਕੇਸ਼ਨ ਜੇ ਸਮਾਰਟ ਹੋਊਗੀ ਤਾਂ ਉਹ ਸਮਾਰਟਨੈਸ ਸਾਨੂੰ ਸਾਡੇ ਵਿੱਚ ਦਿਸੂਗੀ, ਸਾਡੀ ਯੂਥ ਵਿੱਚ ਦਿਸੂਗੀ, ਸਾਡੇ ਭੈਣਾਂ ਭਰਾਵਾਂ ਵਿੱਚ ਦਿਸੂਗੀ, ਜਿਹਦੇ ਕਾਰਨ ਉਹ ਇਨਸਪਾਇਰ ਹੋਣਗੇ, ਮੋਟੀਵੇਟ ਹੋਣਗੇ ਔਰ ਉਹ ਆਪਣੀ ਇੰਡੀਆ ਦੇ ਵਿੱਚ ਹੀ ਇੰਨਾ ਗਰੋ ਕਰਨਗੇ, ਕਿਉਂਕਿ ਹਰ ਇੱਕ ਚੀਜ਼ ਸਕਿਲੇਬਿਲਿਟੀ ਦੇ ਉੱਪਰ ਡਿਪੈਂਡ ਕਰਦੀ ਆ। ਸੋ ਸਾਡਾ ਇਸ ਕਾਊਂਟਰ ਨੂੰ ਜਾਂ ਇਸ ਕੈਂਪੇਨ ਨੂੰ ਸ਼ੁਰੂ ਕਰਨ ਦਾ ਮੇਨ ਰੀਜ਼ਨ ਇਹੀ ਆ ਕਿ ਅਸੀਂ ਡਾਊਨ ਟੂ ਅਰਥ ਜ਼ੀਰੋ ਲੈਵਲ 'ਤੇ ਆ ਕੇ ਆਪਾਂ ਯੂਥ ਨੂੰ ਆਪਾਂ ਮੋਟੀਵੇਟ ਕਰਨਾ ਚਾਹੁੰਦੇ ਆ, ਇਨਸਪਾਇਰ ਕਰਨਾ ਚਾਹੁੰਦੇ, ਉਹਨਾਂ ਨਾਲ ਮਿਲਣਾ ਚਾਹੁੰਦੇ ਆ। ਕਿਉਂਕਿ ਬੈਕਐਂਡ ਦੇ ਵਿੱਚ ਸਾਡਾ ਆਫਿਸ ਹੈ, ਜਿੱਦਾਂ ਕਿ ਅਸੀਂ ਦੱਸਿਆ ਅਸੀਂ ਟੀਚਿੰਗ ਵੀ ਕਰਦੇ ਹਾਂ, ਈਵਨ ਕਿ ਅਸੀਂ ਪਲੇਸਮੈਂਟ ਵੀ ਕਰਵਾਉਂਦੇ ਆ। ਸੋ ਅਸੀਂ ਇਸ ਕਾਊਂਟਰ ਨੂੰ ਆਪਾਂ ਪਬਲਿਕਲੀ ਆਪਾਂ ਡੀਲ ਕਰਨ ਦੀ ਲੈ ਕੇ ਆਏ ਹਾਂ ਤਾਂ ਕਿ ਅਸੀਂ ਯੂਥ ਨੂੰ ਮਿਲ ਸਕੀਏ। ਜੋ ਯੂਥ ਆਪਣੀ ਲਾਈਫ ਦੇ ਵਿੱਚ ਗਿਵ ਅਪ ਕਰ ਚੁੱਕੇ ਆ, ਆਪਾਂ ਉਹਨਾਂ ਨੂੰ ਇੱਕ ਸਕਿਲੇਬਿਲਿਟੀ ਪ੍ਰੋਵਾਈਡ ਕਰੀਏ। ਜੇ ਉਹਨਾਂ ਨੂੰ ਲੋੜ ਹੈ, ਇੱਦਾਂ ਦੇ ਸਟੂਡੈਂਟ ਆ, ਮੋਰਓਵਰ ਤੁਸੀਂ ਦੇਖਦੇ ਆ ਕਿ ਬੱਚਿਆਂ ਨੂੰ ਚੈਲੰਜ ਕੀ ਆ ਕਿ ਪੇਰੈਂਟਸ ਜਿਹੜੇ ਆ ਉਹ ਪੂਅਰ ਹੋਣ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਤਾਂ ਬਹੁਤ ਕੋਸ਼ਿਸ਼ ਕਰਦੇ ਆ, ਉਸ ਕਾਲਜਾਂ ਵਿੱਚ ਵੀ ਪੜ੍ਹਾਉਂਦੇ ਆ, ਸਕੂਲਾਂ ਵਿੱਚ ਵੀ ਪੜ੍ਹਾਉਂਦੇ ਆ, ਪਰ ਚੰਗੇ ਪੈਸੇ ਨਾ ਹੋਣ ਕਰਕੇ ਸ਼ਾਇਦ ਉਹ ਵਧੀਆ ਸਕੂਲ ਨੂੰ ਟਾਰਗੇਟ ਨਹੀਂ ਕਰ ਪਾਉਂਦੇ ਆ ਜਾਂ ਫਿਰ ਕਾਲਜ ਨੂੰ ਟਾਰਗੇਟ ਨਹੀਂ ਕਰ ਪਾਉਂਦੇ। ਪਰ ਜਿਹਨਾਂ ਕਾਲਜਾਂ ਜਾਂ ਸਕੂਲਾਂ ਵਿੱਚ ਪੜ੍ਹਦੇ ਆ ਉੱਥੇ ਉਹਨਾਂ ਨੂੰ ਉੱਦਾਂ ਦੀ ਐਜੂਕੇਸ਼ਨ ਨਹੀਂ ਮਿਲਦੀ ਜਿੱਦਾਂ ਦੀ ਉਹਨਾਂ ਨੂੰ ਚਾਹੀਦੀ ਆ। ਸੋ ਜਦੋਂ ਵੀ ਉਹ ਕਿਤੇ ਇੰਟਰਵਿਊ ਦੇਣ ਲਈ ਜਾਂਦੇ ਆ, ਘੱਟ ਸਕਿਲੇਬਿਲਿਟੀ ਜਾਂ ਘੱਟ ਹੁਨਰ ਹੋਣ ਕਰਕੇ ਉਹ ਬੱਚੇ ਅੱਗੇ ਨਹੀਂ ਵੱਧ ਪਾਉਂਦੇ ਜਾਂ ਇੰਟਰਵਿਊ ਕਲੀਅਰ ਨਹੀਂ ਕਰ ਪਾਉਂਦੇ। ਜੇ ਇੰਟਰਵਿਊ ਬਾਈ ਚਾਂਸ ਕਲੀਅਰ ਕਰ ਵੀ ਜਾਂਦੇ ਆ ਤਾਂ ਉਹਨਾਂ ਨੂੰ ਜੌਬ ਜਿਹੜੀ ਉਹ ਮਾਈਨਰ ਜੌਬ ਮਿਲਦੀ ਹੈ, ਜਿੱਦਾਂ ਟੈਲੀਕਾਲਰ ਦੀ ਜੌਬ ਜਾਂ ਰਿਸੈਪਸ਼ਨ ਦੇ ਉੱਤੇ ਜਾਂ ਕੰਪਿਊਟਰ 'ਤੇ, ਜਿੱਥੇ ਸੈਲਰੀ ਪੈਕੇਜ ਬਹੁਤ ਘੱਟ ਹੁੰਦਾ, ਜਿਨ੍ਹਾਂ ਕਰਕੇ ਨਾ ਤਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਅਤੇ ਬੱਚੇ ਵੀ ਡੀਮੋਰਲਾਈਜ਼ਡ ਹੋ ਜਾਂਦੇ। ਲਾਸਟ ਵਿੱਚ ਆਪਸ਼ਨ ਕੀ ਬਚਦਾ ਕਿ ਬਾਹਰ ਚਲੇ ਜਾਓ। ਪੇਰੈਂਟਸ ਬੜੇ ਮਾਣ ਨਾਲ ਕਹਿੰਦੇ ਕਿ ਸਾਡੇ ਬੱਚੇ ਬਾਹਰ ਗਏ ਆ, ਪਰ ਬੱਚੇ ਬਾਹਰ ਗਏ ਕਿਉਂ ਆ? ਕਿਉਂਕਿ ਬੱਚੇ ਗਿਵ ਅਪ ਕਰ ਜਾਂਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਆਪਾਂ ਇੰਡੀਆ 'ਚ, ਆਪਣੇ ਪੰਜਾਬ 'ਚ ਆਪਾਂ ਕੁਝ ਕਰ ਨਹੀਂ ਸਕਦੇ। ਸੋ ਸਾਡਾ ਮੇਨ ਮੋਟਿਵ ਇਹੀ ਹੈ ਕਿ ਉਸ ਯੂਥ ਨੂੰ ਆਪਾਂ ਮਿਲ ਕੇ ਉਹਨਾਂ ਨੂੰ ਇਨਸਪਾਇਰ ਕਰਕੇ, ਜੇ ਉਹਨਾਂ ਨੂੰ ਸਕਿਲੇਬਿਲਿਟੀ ਦੀ ਪ੍ਰੋਬਲਮ ਆ, ਅਸੀਂ ਗਰੀਬ ਥੋੜਾ ਰੋਕਣਾ ਚਾਹੂੰਗਾ ਬਾਈ ਜੀ, ਹੋਰ ਬਹੁਤ ਸਾਰੇ ਰਾਸਤੇ ਨੇ ਯੂਥ ਨੂੰ ਮਿਲਣ ਦੇ। ਤੁਸੀਂ ਘਰ ਘਰ ਪਿੰਡ ਪਿੰਡ ਜਾ ਸਕਦੇ ਹੋ, ਜਾਂ ਉੱਦਾਂ ਯੂਥ ਨੂੰ ਇਕੱਠਾ ਕਰਕੇ ਗਰੁੱਪ ਬਣਾ ਸਕਦੇ ਹੋ। ਪਰ ਇਹ ਰੇਹੜੀ ਕਿਉਂ ਸੋਚਿਆ? ਇਹੀ ਆਈਡੀਆ ਕਿਉਂ ਦਿਮਾਗ ਦੇ ਵਿੱਚ ਆਇਆ, ਤੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿਵੇਂ ਕਿ ਇਸ ਚੀਜ਼ ਦੇ ਨਾਲ ਯੂਥ ਨੂੰ ਇਕੱਠਾ ਕੀਤਾ ਜਾਵੇ? ਦੇਖੋ ਸਰ, ਸਾਡਾ ਇਹ ਦਿਮਾਗ ਵਿੱਚ ਕੰਸੈਪਟ ਇਸ ਤਰ੍ਹਾਂ ਆਇਆ ਕਿ ਜਿਸ ਤਰ੍ਹਾਂ ਜਦੋਂ ਅਸੀਂ ਪਬਲਿਕ ਦੇ ਵਿੱਚ ਆਪ ਬੈਠਦੇ ਹਾਂ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਿਹਾ ਕਿ ਪਿੰਡ ਵਿੱਚ ਵੀ ਅਸੀਂ ਜਾ ਸਕਦੇ ਹਾਂ ਜਾਂ ਸ਼ਹਿਰਾਂ ਦੇ ਵਿੱਚ ਵੀ ਆਪਾਂ ਜਾ ਸਕਦੇ ਹਾਂ। ਕੰਸੈਪਟ ਆਪਾਂ ਇਸ ਤਰ੍ਹਾਂ ਵੀ ਸੋਚਿਆ ਸੀ, ਪਰ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਮਿਲਣ ਦੀ ਬਜਾਏ ਜੇ ਆਪਾਂ ਉਹਨਾਂ ਦੇ ਪੇਰੈਂਟਸ ਨੂੰ ਜਾਂ ਉਹਨਾਂ ਲੋਕਾਂ ਨੂੰ ਮਿਲੀਏ। ਕਿਉਂਕਿ ਦੇਖੋ ਸਰ, ਇਹ ਕੰਸੈਪਟ ਇੱਕ ਇੱਦਾਂ ਦਾ ਕੰਸੈਪਟ ਹੈ ਅਤੇ ਹਰ ਕੈਟੇਗਰੀ ਦਾ ਬੰਦਾ ਮਿਲੇਗਾ ਤੁਹਾਨੂੰ। ਹੋ ਸਕਦਾ ਜੋ ਬੰਦਾ ਆ ਰਿਹਾ ਬਹੁਤ ਗਰੀਬ ਹੋਵੇ, ਹੋ ਸਕਦਾ ਕੋਈ ਰਿਕਸ਼ਾ ਚਲਾਉਂਦਾ ਹੋਵੇ, ਹੋ ਸਕਦਾ ਕੋਈ ਆਟੋ ਚਲਾਉਂਦਾ ਹੋਵੇ, ਹੋ ਸਕਦਾ ਕੋਈ ਸਾਈਕਲ ਚਲਾਉਂਦਾ ਹੋਵੇ, ਤਾਂ ਤੁਹਾਨੂੰ ਉਹੀ ਬੰਦਾ ਮਿਲੇਗਾ ਜੋ ਐਗਜ਼ੈਕਟਲੀ ਸਾਨੂੰ ਚਾਹੀਦਾ ਆ, ਜਿਨ੍ਹਾਂ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ। ਦੇਖੋ ਸਰ, ਜਿਹੜੇ ਮਿਡਲ ਕਲਾਸ ਆ ਸ਼ਾਇਦ ਉਹ ਐਜੂਕੇਸ਼ਨ ਲੈ ਸਕਦੇ ਆ, ਸ਼ਾਇਦ ਉਹ ਕਰਜ਼ਾ ਚੁੱਕ ਕੇ ਐਜੂਕੇਸ਼ਨ ਲੈ ਸਕਦੇ ਆ, ਸ਼ਾਇਦ ਉਹ ਜਾਂ ਉਹ ਅਫੋਰਡ ਵੀ ਕਰ ਸਕਦੇ ਵੀ ਹੋ ਸਕਦਾ ਆ। ਪਰ ਸਾਡਾ ਕੰਸੈਪਟ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਨੂੰ ਇਹਦੀ ਐਗਜ਼ੈਕਟਲੀ ਲੋੜ ਆ, ਕਿਉਂਕਿ ਯੂਥ ਜ਼ਿਆਦਾਤਰ ਉਹੀ ਬੇਰੁਜ਼ਗਾਰ ਆ ਜਿਨ੍ਹਾਂ ਨੂੰ ਚੰਗੀ ਐਜੂਕੇਸ਼ਨ ਨਹੀਂ ਮਿਲੀ। ਇਹ ਨਹੀਂ ਕਿ ਸਾਡੀ ਇੰਡੀਆ ਦੇ ਵਿੱਚ ਕੋਈ ਸੋਰਸ ਨਹੀਂ ਹੈ, ਬਹੁਤ ਆ। ਸਾਡੇ ਇੰਡੀਆ ਬਹੁਤ ਵਧੀਆ ਤਰੱਕੀ ਕਰ ਰਿਹਾ, ਡਿਵੈਲਪਮੈਂਟ ਕਰ ਰਿਹਾ, ਡਿਵੈਲਪਮੈਂਟ ਬਹੁਤ ਵਧੀਆ ਆ। ਔਰ ਮੈਨੂੰ ਨਹੀਂ ਲੱਗਦਾ ਸਾਨੂੰ ਬਾਹਰ ਜਾਣ ਦੀ ਲੋੜ ਹੈ, ਬਸ ਥੋੜ੍ਹਾ ਤੇ ਥੋੜ੍ਹਾ ਸਾਨੂੰ ਆਪਣੇ ਸਕਿੱਲ ਅਤੇ ਆਪਣੀ ਐਫਰਟ ਦੇ ਉੱਤੇ ਵਰਕ ਕਰਨ ਦੀ ਲੋੜ ਆ। ਔਰ ਮੈਨੂੰ ਸ਼ੋਰ ਆ ਜੇ ਅਸੀਂ ਇਸ ਕੈਂਪੇਨ 'ਤੇ ਇਸ ਸੋਚ ਨਾਲ ਚੱਲਾਂਗੇ, ਮੈਂ ਨਹੀਂ ਬਲਕਿ ਹੋਰ ਵੀ ਬਹੁਤ ਲੋਕ ਖੜੇ ਹੋਣਗੇ ਇਸ ਤੋਂ ਇੰਸਪਾਇਰ ਹੋ ਕੇ। ਇਸੇ ਲਈ ਅਸੀਂ ਇਸ ਦਾ ਨਾਮ ਇੰਸਪਾਇਰਿੰਗ ਹੱਬ ਰੱਖਿਆ ਆ। ਤੇ ਜਦੋਂ ਇਹ ਤੁਸੀਂ ਚਲਾਉਣੀ ਸੀਗੀ ਹੱਬ, ਇੱਥੇ ਰੇਹੜੀ ਸ਼ੁਰੂ ਕਰਨੀ ਸੀਗੀ, ਮੁਸ਼ਕਲਾਂ ਕਿੰਨੀਆਂ ਕਈਆਂ? ਕੀ ਲੱਗਦਾ ਸੀਗਾ ਕਿ ਇਹ ਯੂਥ ਤੁਹਾਡੇ ਨਾਲ ਇਸ ਰੇਹੜੀ ਦੇ ਨਾਲ ਜੁੜੇਗਾ ਜਾਂ ਨਹੀਂ? ਤੇ ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਇੱਥੇ ਰੇਹੜੀ ਲਾਉਂਦੇ ਨੂੰ? ਦੇਖੋ ਸਰ, ਚੈਲੰਜਸ ਤਾਂ ਆਉਂਦੇ ਹੀ ਆ। ਸੋ ਮੇਰਾ ਇਹ ਮੰਨਣਾ ਆ ਕਿ ਜਿਸ ਕੰਮ ਦੇ ਵਿੱਚ ਤੁਹਾਨੂੰ ਚੈਲੰਜ ਨਾ ਆਉਂਦੇ ਹੋਣ, ਮੈਨੂੰ ਨਹੀਂ ਲੱਗਦਾ ਵੀ ਉਹ ਰਾਹ ਤੁਹਾਡਾ ਅਸਲੀ ਰਾਹ ਆ। ਹਰ ਚੰਗੇ ਕੰਮ ਦੇ ਵਿੱਚ ਤੁਹਾਨੂੰ ਚੈਲੰਜਸ ਜ਼ਰੂਰ ਆਉਂਦੇ ਆ। ਜਿਵੇਂ ਜਿਵੇਂ ਅਸੀਂ ਉਚਾਈ ਵੱਲ ਨੂੰ ਵੱਧਦੇ ਆ, ਡਿੱਗਣ ਦਾ ਖਤਰਾ ਉਨਾ ਹੀ ਵੱਧਦਾ ਆ।
ਤੇ ਇਹ ਵੀ ਸੱਚ ਆ ਕਿ ਜੇ ਤੁਸੀਂ ਇੱਕ ਉਚਾਈ ਤੋਂ ਦੂਜੀ ਉਚਾਈ ਤੇ ਜਾਣਾ ਤਾਂ ਉਹ ਸਿੱਧਾ ਛਲਾਂਗ ਮਾਰ ਕੇ ਨਹੀਂ ਜਾ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਥੱਲੇ ਉਤਰਨਾ ਪਏਗਾ, ਫਿਰ ਤੁਹਾਨੂੰ ਦੁਬਾਰਾ ਉਸ ਤੋਂ ਵੀ ਉਚਾਈ ਪਹਾੜੀ ਤੇ ਚੜ੍ਹਨਾ ਪਏਗਾ। ਸੋ ਮੇਰਾ ਇਹ ਮੰਨਣਾ ਆ ਕਿ ਪਹਿਲਾਂ ਅਸੀਂ, ਹਾਂ ਇਹ ਗੱਲ ਹੈ ਕਿ ਅਸੀਂ ਪਹਿਲਾਂ ਬੈਕਐਂਡ ਦੇ ਵਿੱਚ ਮੇਰਾ ਆਪਣਾ ਆਫਿਸ ਹੈ, ਉਸ ਆਫਿਸ ਦੇ ਵਿੱਚ ਮੈਂ ਬਹੁਤ ਵਧੀਆ ਵੇ ਦੇ ਨਾਲ ਪਬਲਿਕਲੀ ਡੀਲ ਕਰਦਾ ਸੀ। ਉੱਥੇ ਵੀ ਲੋਕ ਆਉਂਦੇ ਸੀਗੇ, ਅਸੀਂ ਏਸੀ ਦੇ ਵਿੱਚ ਬੈਠ ਕੇ ਵੀ ਪਬਲਿਕ ਨੂੰ ਡੀਲ ਕਰਦੇ ਸੀਗੇ। ਪਰ ਮੇਰਾ ਮੰਨਣਾ ਇਹ ਹੈ ਕਿ ਹੁਣ ਅਸੀਂ ਆਪਣੀ ਸਕਸੈਸ ਨੂੰ ਤਾਂ ਲੈ ਲਿਆ, ਪਰ ਹੁਣ ਸਾਡਾ ਮੇਨ ਜੋ ਸਾਡਾ ਕੈਂਪੇਨ ਆ ਉਹ ਇਹ ਆ ਕਿ ਕਿਉਂ ਨਾ ਅਸੀਂ ਆਪਣੇ ਭੈਣਾਂ ਤੇ ਭਰਾਵਾਂ ਨੂੰ ਵੀ ਆਪਾਂ ਤੁਹਾਡਾ ਫਾਇਦਾ ਕੀ ਇਹਦੇ ਵਿੱਚ, ਫਾਇਦਾ ਕੀ ਹੈ ਸਰ? ਇਹਦੇ ਲਈ ਅਸੀਂ ਕਿਸੇ ਫਾਇਦੇ ਲਈ ਆਪਣਾ ਕੈਂਪੇਨ ਨਹੀਂ ਸ਼ੁਰੂ ਕੀਤਾ। ਫਾਇਦਾ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਆਪਣਾ ਪਲੇਸਮੈਂਟ ਦਾ, ਐਜੂਕੇਸ਼ਨ ਦਾ ਅਸੀਂ ਕੰਮ ਕਰ ਰਹੇ ਹਾਂ, ਅਸੀਂ ਬਹੁਤ ਲੋਕਾਂ ਨੂੰ ਮਿਲਦੇ ਹਾਂ। ਕਈ ਲੋਕ ਇੱਦਾਂ ਦੇ ਆਉਂਦੇ ਆ ਜਿਹੜੀ ਜੌਬ ਦੀ ਸਰਚ ਵਿੱਚ ਹੁੰਦੇ ਆ ਜਾਂ ਆਪਣੇ ਬੱਚੇ ਦਾ ਕੈਰੀਅਰ ਬਹੁਤ ਵਧੀਆ ਬਣਾਉਣਾ ਚਾਹੁੰਦੇ ਆ। ਜਦੋਂ ਸਾਡੇ ਕੋਲ ਆਫਿਸ ਵਿੱਚ ਆਉਂਦੇ ਆ ਤੇ ਮੈਂ ਦੇਖਿਆ ਉਹਨਾਂ ਨੂੰ ਇੱਕ ਹੀ ਚੈਲੰਜ ਹੁੰਦਾ ਆ, ਸਕਿਲੇਬਿਲਿਟੀ ਦਾ। ਮਤਲਬ ਉਹਨਾਂ ਦੇ ਕੋਲ ਉਹ ਹੁਨਰ ਨਹੀਂ ਹੁੰਦਾ ਜੋ ਐਗਜ਼ੈਕਟਲੀ ਜੌਬ ਦੇ ਉੱਤੇ ਚਾਹੀਦਾ ਹੁੰਦਾ ਆ। ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਜਿਸ ਮੁਕਾਮ ਤੇ ਆ ਕਿ ਅੱਜ ਆਪਾਂ ਆਪਣੀ ਮਿਹਨਤ ਦੇ ਨਾਲ ਆਪਾਂ ਬਹੁਤ ਵਧੀਆ ਵੇ ਦੇ ਨਾਲ ਆਪਾਂ ਅਗਲੇ ਨੂੰ ਵੀ ਆਪਾਂ ਪ੍ਰਮੋਟ ਕਰ ਸਕਦੇ ਹਾਂ ਔਰ ਆਪਣੇ ਆਪ ਨੂੰ ਵੀ। ਤੇ ਕਿਉਂ ਨਾ ਅਸੀਂ ਆਪਣੀ ਯੂਥ ਨੂੰ ਵੀ ਨਾਲ ਲੈ ਕੇ ਚੱਲੀਏ। ਅਸੀਂ ਬਹੁਤ ਕੁਝ ਸੋਚਿਆ ਹੈ ਆਪਣੀ ਯੂਥ ਦੇ ਲਈ ਕਿ ਆਪਾਂ ਯੂਥ ਨੂੰ ਇੱਕ ਐਦਾਂ ਦਾ ਹੱਬ ਦਈਏ ਜਿੱਥੇ ਜਾ ਕੇ ਉਹਨਾਂ ਨੂੰ ਲੱਗੇ ਨਾ ਕਿ ਆਪਾਂ ਲਾਈਫ ਦੇ ਵਿੱਚ ਕੁਝ ਅਚੀਵ ਨਹੀਂ ਕੀਤਾ। ਸੋ ਮੇਨ ਇਹ ਫਾਇਦੇ ਲਈ, ਦੇਖੋ ਸਰ, ਫਾਇਦੇ ਲਈ ਤਾਂ ਜੇ ਕਿਹਾ ਜਾਵੇ ਤਾਂ ਜੇ ਫਾਇਦਾ ਹੀ ਸੋਚਣਾ ਹੁੰਦਾ ਤਾਂ ਸਰ ਬਹੁਤ ਵਧੀਆ ਲਾਈਫ ਆ। ਪਰਮਾਤਮਾ ਦਿੱਤਾ ਬਹੁਤ ਕੁਛ ਹੈ, ਪਰ ਪਰਮਾਤਮਾ ਨੇ ਸਾਨੂੰ ਦੁਨੀਆ ਉੱਤੇ ਸਿਰਫ ਇਹਨਾਂ ਕੰਮਾਂ ਲਈ ਨਹੀਂ ਭੇਜਿਆ ਕਿ ਜੰਮੋ, ਉਸ ਤੋਂ ਬਾਅਦ ਤੁਸੀਂ ਵੱਡੇ ਹੋਵੋ, ਸਕੂਲ ਵਿੱਚ ਜਾਓ, ਕਾਲਜ ਵਿੱਚ ਪੜ੍ਹੋ, ਬਾਅਦ ਵਿੱਚ ਵਿਆਹ ਕਰਾ ਲਓ, ਬੱਚੇ ਪੈਦਾ ਕਰ ਲਓ। ਸਾਨੂੰ ਲੱਗਦਾ ਕਿ ਇਹੀ ਸਾਡੀ ਜ਼ਿੰਦਗੀ ਦਾ ਕਰਮ ਆ, ਪਰ ਕਰਮ ਇਹ ਨਹੀਂ ਆ। ਸਾਡਾ ਕਰਮ ਇਹ ਆ ਕਿ ਆਪਾਂ, ਜੇ ਰੱਬ ਨੇ ਸਾਨੂੰ ਪੈਦਾ ਕੀਤਾ ਤਾਂ ਅਸੀਂ ਉਹਦੇ ਬਦਲੇ ਦੁਨੀਆ ਵਿੱਚ ਕੀ ਦੇ ਰਹੇ ਹਾਂ, ਅਸੀਂ ਫਲ ਕੀ ਦੇ ਰਹੇ ਹਾਂ। ਸੋ ਸਾਡਾ ਯੂਥ ਨੂੰ ਮਿਲਣ ਦਾ ਜਾਂ ਉਹਨਾਂ ਦੇ ਨਾਲ ਡੀਲ ਕਰਨ ਦਾ ਸਾਡਾ ਮੇਨ ਮਕਸਦ ਇਹੀ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਜੋ ਸਾਡੇ ਅੰਦਰ ਜੋ ਸਕਿੱਲ ਆ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰੀਏ ਤਾਂ ਕਿ ਉਹ ਵੀ ਉਸ ਲੈਵਲ ਤੇ ਜਾ ਸਕਣ ਜੋ ਅਸੀਂ ਸੋਚਿਆ ਆ ਆਪਣੇ ਪੰਜਾਬ ਦੇ ਲਈ, ਆਪਣੇ ਦੇਸ਼ ਦੇ ਲਈ, ਤਾਂ ਕਿ ਆਪਾਂ ਉਹਨਾਂ ਦੇਸ਼ਾਂ ਦੀ ਕੈਟੇਗਰੀ ਦੇ ਵਿੱਚ ਆਈਏ ਜਿੱਥੇ ਜਾ ਕੇ ਹੋਰਾਂ ਦੇਸ਼ਾਂ ਨੂੰ ਸਾਡੇ ਇੰਡੀਆ ਤੇ ਸਾਡੇ ਪੰਜਾਬ ਦੇ ਉੱਤੇ ਮਾਣ ਹੋਵੇ। ਤੇ ਰੇੜੀ ਦੀ ਗੱਲ ਕਰੀਏ, ਕਿੰਨਾ ਸਮਾਂ ਹੋ ਗਿਆ ਰੇੜੀ ਚਲਾਉਂਦੇ ਨੂੰ? ਸਰ ਅਪਰੋਕਸੀਮੇਟਲੀ ਸਾਨੂੰ 5 ਤੋਂ 6 ਦਿਨ ਹੋ ਗਏ ਆ ਇਹਨੂੰ ਓਪਨ ਕੀਤਿਆਂ। ਬਹੁਤ ਵਧੀਆ ਬਿਜ਼ਨਸ ਵਿੱਚ ਸਾਨੂੰ ਰਿਸਪੌਂਸ ਮਿਲਿਆ, ਹੋਵੇ ਨਾ ਹੋਵੇ ਸਾਨੂੰ ਇਸ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਇਸ ਗੱਲ ਦਾ ਬੜਾ ਮਾਣ ਆ ਔਰ ਇਸ ਗੱਲ ਦਾ ਸਾਨੂੰ ਬਹੁਤ ਹਰਸ਼ ਤੇ ਆਪਾਂ ਉਤਸ਼ਾਹ ਕਹਿ ਸਕਦੇ ਕਿ ਸਾਨੂੰ ਬੜੇ ਲੋਕ ਮਿਲਦੇ ਆ, ਐਦਾਂ ਦੇ ਲੋਕ ਵੀ ਮਿਲਦੇ ਆ। ਇੱਕ ਮਾਰਨਿੰਗ ਦੇ ਵਿੱਚ ਇੱਕ ਭਾਈ ਸਾਹਿਬ ਆਏ ਸੀਗੇ, ਉਹ 2-3 ਦਿਨ ਤੋਂ ਲਗਾਤਾਰ ਸਾਡੇ ਕੋਲ ਆ ਰਹੇ। ਉਹਨਾਂ ਦੀ ਬੇਟੀ ਜੋ ਹੈ ਬੀਕਾਮ ਦੀ ਸਟੱਡੀ ਕਰ ਰਹੀ ਹੈ ਔਰ ਉਹ ਆਪਣੀ ਬੰਦਾ ਰਿਕਸ਼ਾ ਚਲਾਉਂਦੇ ਆ। ਉਹ ਅੰਕਲ ਜੀ ਉਹ ਰਿਕਸ਼ਾ ਚਲਾਉਂਦੇ ਆ ਤੇ ਪਰ ਉਹ ਚਾਹੁੰਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਇੱਕ ਵਧੀਆ ਐਜੂਕੇਸ਼ਨ ਤੇ ਵਧੀਆ ਲਾਈਫ ਦੇ ਸਕਣ। ਉਹ ਬੜੇ ਇੰਸਪਾਇਰ ਹੋਏ, ਅਸੀਂ ਉਹਨਾਂ ਨੂੰ ਕਾਉਂਸਲਿੰਗ ਦਿੱਤੀ, ਉਹਨਾਂ ਨੂੰ ਪ੍ਰੋਪਰ ਵੇ ਨਾਲ। ਥੋੜਾ ਰੋਕਣਾ ਚਾਹੂੰਗਾ, ਅਕਸਰ ਆਪਾਂ ਪੰਜਾਬੀ ਲੋਕਾਂ ਦੀ ਗੱਲ ਕਰੀਏ ਉਹ ਸਿਰਫ ਦੇਖਦੇ ਨੇ ਰੇੜੀ ਕਿਹੜੀ ਰੇੜੀ ਆ, ਚਿਕਨ ਦੀ ਹੋਵੇ ਚਿਕਨ ਦੇਖਣਾ ਆ, ਕਿਸੇ ਹੋਰ ਚੀਜ਼ ਦੀ ਹੋਵੇ ਉਹ ਦੇਖਣਾ ਆ। ਕਈ ਵਾਰ ਲੋਕ ਨਾ ਲਿਖਿਆ ਨਹੀਂ ਪੜ੍ਹਦੇ ਹਾਂਜੀ ਕਿ ਕੀ ਲਿਖਿਆ ਹੈ। ਸੋ ਜਦੋਂ ਜਾਂ ਕੋਈ ਤੁਹਾਡੇ ਕੋਲ ਨੌਜਵਾਨ ਆਉਂਦਾ ਹੈ ਜਾਂ ਕੋਈ ਅੰਕਲ ਜੀ ਵੀ ਆਏ ਆ, ਪਤਾ ਕਿਵੇਂ ਲੱਗਾ ਕਿ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ, ਰਾਬਤਾ ਕਿਸ ਤਰ੍ਹਾਂ ਹੋਇਆ ਪੂਰੀ ਗੱਲ ਦਾ? ਨਾਰਮਲੀ ਉਹ ਸਾਡੇ ਕੋਲ ਚਾਹ ਪੀਣੀ ਆਏ ਸੀਗੇ। ਜਿੱਦਾਂ ਨਾਰਮਲੀ ਕਸਟਮਰ ਇੱਕ ਆਉਂਦਾ ਆ ਤੇ ਉਹਨੂੰ ਚਾਹ ਦੀ ਨੀਡ ਹੁੰਦੀ ਆ ਜਾਂ ਕਹਿ ਲਓ ਕਿ ਤਲਬ ਹੁੰਦੀ ਆ, ਜਿਹਦਾ ਪੰਜਾਬੀ ਵਿੱਚ ਆਪਣਾ ਵਰਡ ਹੈ ਕਿ ਤਲਬ ਸੀ। ਉਹਨਾਂ ਨੇ ਆ ਕੇ ਸਾਨੂੰ ਚਾਹ ਦੇ ਲਈ ਸਾਨੂੰ ਕਿਹਾ ਕਿ ਮੈਨੂੰ ਚਾਹ ਚਾਹੀਦੀ ਹੈ ਕੱਪ, ਅਸੀਂ ਉਹਨਾਂ ਨੂੰ ਚਾਹ ਦਿੱਤੀ। ਪਰ ਸਾਡਾ ਹੁਣ ਮੇਨ ਰੀਜ਼ਨ ਕੀ ਹੈ ਇੱਥੇ ਬੈਠਣ ਦਾ, ਸਾਡਾ ਕਨਸੈਪਟ ਕੀ ਹੈ, ਸਾਡਾ ਕੈਂਪੇਨ ਕੀ ਆ, ਵਾਟ ਵੀ ਡੂ ਐਗਜ਼ੈਕਟਲੀ। ਸੋ ਵਾਟ ਵੀ ਡਿਡ, ਵੀ ਹੈਵ ਜਸਟ did conversation with him, and during the conversation we just intimate them about our campaign, whatsoever we want to provide here. So ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਆ ਕਿ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡਾ ਇਹ ਕਨਸੈਪਟ ਆ। ਸੋ ਅਸਲ ਦੇ ਵਿੱਚ ਇਹ ਅਸੀਂ ਜੋ ਕਾਊਂਟਰ ਸਟਾਰਟ ਕੀਤਾ ਆ, ਇਹ ਅਸੀਂ ਬੱਚਿਆਂ ਨੂੰ ਤੇ ਯੂਥ ਨੂੰ ਪ੍ਰਮੋਟ ਕਰਨ ਦੇ ਲਈ ਕੀਤਾ ਆ। ਜੇ ਤੁਹਾਡੇ ਵੀ ਕੋਈ ਬੱਚੇ ਆ, ਅਸੀਂ ਕਿਹਾ ਕਿ ਤੁਸੀਂ ਬਹੁਤ ਮਿਹਨਤ ਕਰਦੇ ਆ, ਤੁਸੀਂ ਰਿਕਸ਼ਾ ਚਲਾਉਂਦੇ ਆ, ਤੁਹਾਨੂੰ ਹੈਟਸ ਆਫ ਹੈ, ਕਿਉਂਕਿ ਜੋ ਤੁਸੀਂ ਕੰਮ ਕਰ ਰਹੇ ਹੋ ਆਮ ਬੰਦਾ ਨਹੀਂ ਕਰ ਸਕਦਾ। ਆਮ ਤੌਰ ਤੇ ਜਿਹੜਾ ਬਿਜ਼ਨਸਮੈਨ ਜਾਂ ਕਹਿ ਲਓ ਕਿ ਫਸਟ ਕਲਾਸ ਜਾਂ ਬਿਜ਼ਨਸਮੈਨ ਕਲਾਸ ਪਰਸਨ ਆ, ਜੇ ਉਹਨੂੰ ਇੰਨੀ ਮਿਹਨਤ ਕਰਨੀ ਪਵੇ ਉਹ ਕਦੀ ਨਹੀਂ ਕਰ ਪਾਏਗਾ। ਉਹ ਨਾ ਹੀ ਧੁੱਪ ਵਿੱਚ ਨਿਕਲ ਸਕੇਗਾ, ਨਾ ਹੀ ਸਰਦੀ ਨੂੰ ਸਹਿਣ ਕਰ ਸਕੇਗਾ, ਕਿਉਂਕਿ ਇਹ ਸਾਰਿਆਂ ਵਿੱਚ ਆ। ਜ਼ਰੂਰੀ ਨਹੀਂ ਹੈ ਜੀ ਮੈਂ ਵੀ ਹਰ ਵੇਲੇ ਏਸੀ 'ਚ ਬੈਠਾ ਹੋਵਾਂ ਤੇ ਮੈਂ ਜਦੋਂ ਅਚਾਨਕ ਮੈਨੂੰ ਧੁੱਪ 'ਚ ਨਿਕਲਣਾ ਪੈ ਜਾਏ ਤਾਂ ਧੁੱਪ ਮੇਰੇ ਲਈ ਜ਼ਹਿਰ ਹੋ ਜਾਏਗੀ, ਸਜ਼ਾ ਹੋ ਜਾਏਗੀ। ਸੋ ਬੰਦਾ ਧੁੱਪ ਵਿੱਚ ਘੁੰਮ ਰਿਹਾ ਆ, ਕੰਮ ਕਰ ਰਿਹਾ ਆ, ਸ਼ਾਇਦ ਉੱਦਾਂ ਦੇ ਹੀ ਸੰਸਕਾਰ ਆਪਣੇ ਬੱਚਿਆਂ ਨੂੰ ਵੀ ਦਿੰਦਾ ਹੋਵੇ। ਸੋ ਅਸੀਂ ਇਸ ਚੀਜ਼ ਨੂੰ ਉਹਨਾਂ ਨੂੰ ਪਹਿਲਾਂ ਦੱਸਿਆ ਕਿ ਸਰ ਜੋ ਤੁਸੀਂ ਕੰਮ ਕਰ ਰਹੇ ਹੋ ਕੋਈ ਵੀ ਨਹੀਂ ਕਰ ਸਕਦਾ। ਪਹਿਲਾਂ ਤਾਂ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਹਾਂ। ਫਿਰ ਉਹਨਾਂ ਨੇ ਆਪਣੀ ਫੈਮਿਲੀ ਬਾਰੇ ਦੱਸਿਆ, ਬੈਕਗਰਾਊਂਡ ਬਾਰੇ ਦੱਸਿਆ, ਆਪਣੇ ਬੱਚਿਆਂ ਬਾਰੇ ਦੱਸਿਆ ਕਿ ਮੈਂ ਬਹੁਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ, ਪਰ ਮੈਂ ਉੱਦਾਂ ਦੀ
ਐਜੂਕੇਸ਼ਨ ਨਹੀਂ ਦੇ ਪਾ ਰਹੇ ਜਿੱਦਾਂ ਦੀ ਮੈਂ ਦੇਣੀ ਚਾਹੁੰਦਾ ਆ, ਤਾਂ ਕਿ ਜਿੱਦਾਂ ਦਾ ਟਾਈਮ ਮੈਂ ਦੇਖਿਆ ਉਹ ਬੱਚੇ ਵੀ ਨਾ ਦੇਖਣ। ਸਾਨੂੰ ਅਸੀਂ ਵੀ ਬੜੇ ਭਾਵੁਕ ਹੋਏ, ਉਹ ਆਪ ਵੀ ਬੜੇ ਭਾਵੁਕ ਸੀ, ਪਰ ਅਸੀਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਸਾਡੇ ਕੋਲ ਆਪਸ਼ਨ ਹੈਗਾ ਆ, ਅਸੀਂ ਤੁਹਾਡੇ ਬੱਚਿਆਂ ਨੂੰ ਜੇ ਸਕਿਲੇਬਿਲਿਟੀ ਜਾਂ ਨੌਲੇਜ ਦੀ ਆ ਜਾਂ ਉਹਨਾਂ ਨੂੰ ਸਪੋਕਨ ਦੀ ਜਾਂ ਆਇਲਸ ਦੇ ਰਿਲੇਟਡ ਕਿਸੇ ਵੀ ਐਜੂਕੇਸ਼ਨ ਦੀ ਨੀਡ ਆ, ਉਹ ਅਸੀਂ ਪ੍ਰੋਵਾਈਡ ਕਰਾਂਗੇ ਔਰ ਉਹਦੇ ਲਈ ਅਸੀਂ ਕੋਈ ਚਾਰਜ ਨਹੀਂ ਲਵਾਂਗੇ। ਮਤਲਬ ਲੋਕ ਜੁੜਨਾ ਜਿਹੜੇ ਸ਼ੁਰੂ ਹੋ ਚੁੱਕੇ ਆ। ਬਿਲਕੁਲ ਸਰ, ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ। ਵੀ ਆਰ ਵੈਰੀ ਹੈਪੀ ਐਂਡ ਵੀ ਬਿਲੀਵ ਦੈਟ ਵਿਦਿਨ few days we will grow up and definitely we will take out maximum of people in this casual and we will try to find out the best option for the youth and all the brothers and sisters. ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਇੱਕ ਵੱਖਰੇ ਢੰਗ ਦੇ ਨਾਲ ਜਿਹੜਾ ਬੀੜਾ ਚੁੱਕਿਆ ਹੈ ਨੌਜਵਾਨਾਂ ਨੂੰ ਜੋੜਨ ਦਾ। ਸੋ ਬਾਈ ਜੀ, ਜਾਣ ਤੋਂ ਪਹਿਲਾਂ ਕੋਈ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ, ਮੈਂ ਦਰਸ਼ਕਾਂ ਨੂੰ ਇੱਕ ਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਇਸ ਕੈਂਪੇਨ ਤੋਂ ਕਿ ਮਿਹਨਤ ਤੁਸੀਂ ਇਸ ਤਰ੍ਹਾਂ ਦੇ ਨਾਲ ਕਰੋ ਕਿ ਤੁਹਾਡੀ ਕਾਮਯਾਬੀ ਜਿਹੜੀ ਆ ਉਹ ਸ਼ੋਰ ਮਚਾਵੇ। ਸੋ ਇੱਕ ਜੋ ਕਾਮਯਾਬ ਇਨਸਾਨ ਆ ਉਹ ਆਪਣੇ ਹੌਸਲੇ ਦੇ ਨਾਲ ਜਾਂ ਆਪਣੇ ਹੁਨਰ ਦੇ ਨਾਲ ਦੁਨੀਆ ਨੂੰ ਬਦਲ ਸਕਦਾ ਆ, ਪਰ ਜਿਹੜਾ ਨਾਕਾਮਯਾਬ ਇਨਸਾਨ ਆ ਉਹ ਲੋਕਾਂ ਦੇ ਦਬਾਅ ਵਿੱਚ ਆ ਕੇ ਸ਼ਾਇਦ ਆਪਣੇ ਫੈਸਲੇ ਵੀ ਬਦਲ ਦੇਵੇ, ਪਰ ਜਿਹਨਾਂ ਤੋਂ ਕੋਈ ਉਮੀਦ ਵੀ ਨਹੀਂ ਹੁੰਦੀ, ਜੇ ਉਹ ਆਪਣੇ ਵਿੱਚ ਹੌਸਲਾ ਤੇ ਜਜ਼ਬਾ ਰੱਖੇ ਤਾਂ ਉਹ ਵੀ ਕੰਮ ਕਰ ਸਕਦਾ ਜਿਹੜਾ ਕਿਸੇ ਨੇ ਕਦੀ ਸੋਚਿਆ ਵੀ ਨਾ ਹੋਵੇ। ਸੋ ਮੈਂ ਇਹੀ ਐਂਡ ਤੇ ਕਹਿਣਾ ਚਾਹਾਂਗਾ, ਯੂਥ, ਜੇ ਤੁਸੀਂ, ਮੈਨੂੰ ਪਤਾ ਆ ਕਿ ਬਹੁਤ ਇਦਾਂ ਦੇ ਮੇਰੇ ਭੈਣ ਤੇ ਭਰਾ ਆ ਜਿਹੜੇ ਇਸ ਵੇਲੇ ਘਰਾਂ ਵਿੱਚ ਹੋਣਗੇ ਜਾਂ ਕਿਸੇ ਇਦਾਂ ਦੀ ਥਾਂ ਤੇ ਜੌਬ ਕਰਦੇ ਹੋਣਗੇ ਜਿਨ੍ਹਾਂ ਨੂੰ ਬਹੁਤ ਚੈਲੰਜਸ ਆਉਂਦੇ ਹੋਣਗੇ, ਕਈ ਇਦਾਂ ਦੇ ਵੀ ਹੋਣਗੇ ਜੋ ਹਿੰਮਤ ਹਾਰ ਚੁੱਕੇ ਹੋਣਗੇ। ਹਿੰਮਤ ਹਾਰਨ ਦੀ ਕੋਈ ਲੋੜ ਨਹੀਂ ਹੈ, ਤੁਹਾਡੀ ਸਕਸੈਸ ਸਿਰਫ ਇੱਕ ਸਟੈਪ ਤੇ ਖੜੀ ਆ। ਉੱਠੋ, ਆਪਣੀ ਐਫਰਟਸ ਨੂੰ ਵਧਾਓ। ਜਿੰਨਾ ਟਾਈਮ ਆਪਾਂ ਮੈਚ ਦੇਖਣ ਦੇ ਉੱਤੇ ਜਾਂ ਆਪਾਂ ਗੇਮਾਂ ਖੇਡਣ ਦੇ ਉੱਤੇ ਜਾਂ ਇੰਸਟਾ ਜਾਂ ਆਪਾਂ ਫੇਸਬੁੱਕ ਯੂਜ਼ ਕਰਨ 'ਤੇ ਆਪਾਂ ਵੇਸਟ ਕਰਦੇ ਹਾਂ, ਜੇ ਆਪਾਂ ਉਹੀ ਟਾਈਮ ਆਪਣੇ ਸਕਿੱਲ ਨੂੰ, ਸਕਿਲੇਬਿਲਿਟੀ ਵਧਾਉਣ ਨੂੰ ਜਾਂ ਆਪਾਂ ਐਫਰਟ ਲਾਉਣ ਨੂੰ ਜਾਂ ਲਰਨ ਕਰਨ ਦੇ ਵਿੱਚ ਆਪਾਂ ਲਗਾਈਏ ਤਾਂ ਸ਼ਾਇਦ ਆਪਾਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਸੋ ਇਹੀ ਮੇਰਾ ਸੁਨੇਹਾ ਆ ਸਾਰਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਇਸ ਪੇਸ਼ਕਸ਼ ਦੇ ਵਿੱਚ ਨਹੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਸਤਿ ਸ਼੍ਰੀ ਅਕਾਲ।